हेलो फ्रेंड्स, दिस इज़ हरविंदर सिंह एंड वेलकम टू द यूट्यूब चैनल लर्न विद हरविंदर सर। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 10th ਇੰਗਲਿਸ਼ ਦਾ ਚੈਪਟਰ ਜਿਸ ਦਾ ਨਾਮ ਹੈ ਹਾਊ ਮਚ ਲੈਂਡ ਡਜ਼ ਅ ਮੈਨ ਨੀਡ, ਕਿ ਬੰਦੇ ਨੂੰ ਕਿੰਨੀ ਜ਼ਮੀਨ ਦੀ ਜ਼ਰੂਰਤ ਹੈ। ਤੇ ਇਸ ਕਹਾਣੀ ਦੇ ਰਾਈਟਰ ਹਨ ਲਿਓ ਟੋਲਸਟੋਏ। ਤੇ ਕਹਾਣੀ ਦੇ ਸ਼ੁਰੂ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਦੋ ਭੈਣਾਂ ਹੁੰਦੀਆਂ ਹਨ ਤੇ ਛੋਟੀ ਭੈਣ ਦਾ ਵਿਆਹ ਪਿੰਡ ਵਿੱਚ ਕਿਸਾਨ ਨਾਲ ਹੋਇਆ ਹੁੰਦਾ ਤੇ ਵੱਡੀ ਭੈਣ ਦਾ ਵਿਆਹ ਸ਼ਹਿਰ ਵਿੱਚ ਇੱਕ ਵਪਾਰੀ ਨਾਲ ਹੋਇਆ ਹੁੰਦਾ, ਟ੍ਰੇਡਰ ਨਾਲ ਹੋਇਆ ਹੁੰਦਾ। ਤੇ ਵੱਡੀ ਭੈਣ ਸਿਟੀ ਲਾਈਫ ਦੀ ਤਾਰੀਫ ਕਰ ਰਹੀ ਹੁੰਦੀ ਹੈ, ਸਿਟੀ ਲਾਈਫ ਦੀ ਪ੍ਰਸ਼ੰਸਾ ਕਰ ਰਹੀ ਹੁੰਦੀ ਹੈ ਤੇ ਕਹਿੰਦੀ ਕਿ ਸ਼ਹਿਰ ਦੇ ਲੋਕ ਬਹੁਤ ਕੰਫਰਟੇਬਲ ਲਾਈਫ ਜੀਂਦੇ ਨੇ ਤੇ ਵਧੀਆ ਕੱਪੜੇ ਪਾਉਂਦੇ ਹਨ, ਕਿ ਉਸ ਨੂੰ ਸਿਟੀ ਲਾਈਫ ਹੈ ਬਹੁਤ ਪਸੰਦ ਹੈ। ਤੇ ਛੋਟੀ ਭੈਣ ਨੂੰ ਇਹ ਗੱਲ ਵਧੀਆ ਨਹੀਂ ਲੱਗਦੀ। ਛੋਟੀ ਭੈਣ ਕਹਿੰਦੀ ਹੈ ਕਿ ਪਿੰਡ ਦੇ ਲੋਕ ਐਂਗਜ਼ਾਇਟੀ ਤੋਂ, ਬੇਚੈਨੀ ਤੋਂ, ਚਿੰਤਾ ਤੋਂ ਦੂਰ ਰਹਿੰਦੇ ਹਨ ਤੇ ਉਹ ਕਹਿੰਦੀ ਕਿ ਸ਼ਹਿਰ ਦੇ ਲੋਕ ਇੱਕ ਦਿਨ ਅਮੀਰ ਹੁੰਦੇ ਹਨ ਤੇ ਦੂਜੇ ਦਿਨ ਗਰੀਬ ਹੋ ਸਕਦੇ ਹਨ, ਪਰ ਪਿੰਡ ਦੇ ਲੋਕ ਸੇਫ ਲਾਈਫ ਜਿਉਂਦੇ ਹਨ, ਕਿ ਪਿੰਡ ਦੇ ਲੋਕ ਕਦੇ ਅਮੀਰ ਤਾਂ ਨਹੀਂ ਹੁੰਦੇ ਪਰ ਉਹਨਾਂ ਕੋਲ ਕਦੇ ਖਾਣੇ ਦੀ ਕਮੀ ਨਹੀਂ ਹੁੰਦੀ। ਤੇ ਇਹ ਛੋਟੀ ਭੈਣ ਹੈ ਉਹ ਕਹਿੰਦੀ ਹੈ। ਤੇ ਛੋਟੀ ਭੈਣ ਦਾ ਪਤੀ ਪਖੂਮ ਜੋ ਕਿ ਕਿਸਾਨ ਹੁੰਦਾ ਦੋਹਾਂ ਭੈਣਾਂ ਦੀਆਂ ਗੱਲਾਂ ਸੁਣਦਾ ਤੇ ਉਹ ਕਹਿੰਦਾ ਕਿ ਜੇ ਸਾਡੇ ਕੋਲ ਬਹੁਤੀ ਜ਼ਮੀਨ ਹੋਏ ਤਾਂ ਅਸੀਂ ਡੈਵਲ ਤੋਂ ਵੀ ਨਹੀਂ ਡਰਾਂਗੇ, ਕਿ ਜੇ ਮੇਰੇ ਕੋਲ ਬਹੁਤੀ ਜ਼ਮੀਨ ਹੋਈ ਤਾਂ ਮੈਂ ਡੈਵਲ ਤੋਂ, ਸ਼ੈਤਾਨ ਤੋਂ ਵੀ ਨਹੀਂ ਡਰਾਂਗਾ। ਤੇ ਕੀ ਹੁੰਦਾ ਕਿ ਡੈਵਲ ਸ਼ੈਤਾਨ ਇਹ ਗੱਲ ਸੁਣ ਲੈਂਦਾ ਤੇ ਉਹ ਕਹਿੰਦਾ ਕਿ ਆਪਣੇ ਮਨ ਵਿੱਚ ਪਖੂਮ ਨੂੰ ਕਹਿੰਦਾ ਕਿ ਮੈਂ ਤੈਨੂੰ ਬਹੁਤਾ ਲੈਂਡ ਦੇ ਦੇਵਾਂਗਾ, ਫਿਰ ਤੈਨੂੰ ਮੈਂ ਆਪਣੇ ਅਧੀਨ ਕਰ ਲਵਾਂਗਾ, ਕਿ ਤੈਨੂੰ ਜ਼ਿਆਦਾ ਲੈਂਡ ਦੇ ਕੇ ਮੈਂ ਤੈਨੂੰ ਆਪਣੇ ਅਧੀਨ ਕਰ ਲਵਾਂਗਾ। ਤੇ ਇਹ ਕਹਿੰਦਾ ਡੈਵਲ। ਤੇ ਇਸ ਤੋਂ ਬਾਅਦ ਕੀ ਹੁੰਦਾ, ਇਸ ਤੋਂ ਬਾਅਦ ਇੱਕ ਲੈਂਡ ਲੇਡੀ ਜੋ ਕਿ ਇੱਕ ਮਕਾਨ ਮਾਲਕਿਨ ਹੁੰਦੀ ਹੈ, ਸਟੇਟ ਓਨਰ ਹੁੰਦੀ ਹੈ, ਉਹ 300 ਏਕੜ ਜ਼ਮੀਨ ਦੀ ਮਾਲਕਿਨ ਹੁੰਦੀ ਹੈ ਤੇ ਉਹ ਆਪਣੀ ਜ਼ਮੀਨ ਹੈ ਵੇਚਣੀ ਹੁੰਦੀ ਹੈ। ਤੇ ਪਖੂਮ ਦਾ ਨੇਬਰ, ਪਖੂਮ ਦਾ ਗੁਆਂਢੀ 50 ਏਕੜ ਜ਼ਮੀਨ ਖਰੀਦ ਲੈਂਦਾ ਤੇ ਪਖੂਮ ਵੀ ਉਸ ਤੋਂ ਜ਼ਮੀਨ ਲੈਣਾ ਚਾਹੁੰਦਾ, ਪਰ ਪਖੂਮ ਕੋਲ ਸਿਰਫ 100 ਰੂਬਲਸ ਹੀ ਹੁੰਦੇ ਹਨ। ਰੂਬਲਸ ਹੁੰਦਾ ਰਸ਼ੀਆ ਦੀ ਕਰੰਸੀ ਤੇ ਪਖੂਮ ਕੋਲ ਸਿਰਫ 100 ਰੂਬਲਸ ਹੀ ਹੁੰਦੇ ਹਨ। ਤੇ ਉਹ ਇੱਕ ਘੋੜੇ ਦਾ ਬੱਚਾ ਵੇਚ ਦਿੰਦਾ ਤੇ ਹਾਫ ਬੀਸ ਪਾਲੀਆਂ ਹੋਈਆਂ ਮਧੂਮੱਖੀਆਂ ਜਿੰਨੀਆਂ ਉਸਦੇ ਕੋਲ ਹੁੰਦੀਆਂ ਹਨ ਉਸ ਤੋਂ ਅੱਧੀਆਂ ਮਧੂਮੱਖੀਆਂ ਵੇਚ ਦਿੰਦਾ ਤੇ ਆਪਣੇ ਪੁੱਤਰ ਨੂੰ ਐਜ਼ ਅ ਲੇਬਰਰ ਕੰਮ ਤੇ ਲਗਵਾਉਂਦਾ ਤੇ ਉਸਦੀ ਸੈਲਰੀ ਐਡਵਾਂਸ ਲੈ ਲੈਂਦਾ ਤੇ ਕੁਝ ਪੈਸੇ ਆਪਣੇ ਬ੍ਰਦਰ ਇਨ ਲਾਅ ਤੋਂ ਲੈ ਲੈਂਦਾ ਤੇ ਉਸ ਤੋਂ ਉਸ ਕੋਲ ਪਖੂਮ ਕੋਲ ਅੱਧੇ ਪੈਸੇ ਹੋ ਜਾਂਦੇ ਹਨ ਤੇ ਅੱਧੇ ਪੈਸਿਆਂ ਤੋਂ 40 ਏਕੜ ਜ਼ਮੀਨ ਉਹ ਖਰੀਦ ਲੈਂਦਾ ਤੇ ਡੀਡ ਸਾਈਨ ਕਰ ਲੈਂਦਾ ਕਿ ਬਾਕੀ ਦੇ ਜਿਹੜੇ ਅੱਧੇ ਪੈਸੇ ਰਹਿ ਗਏ ਹਨ ਉਹ 2 ਸਾਲਾਂ ਵਿੱਚ ਦੇ ਦੇਵੇਗਾ। ਤੇ ਉਸ ਤੋਂ ਬਾਅਦ ਉਹ ਜ਼ਮੀਨ ਖਰੀਦ ਲੈਂਦਾ ਤੇ ਉਹ ਜ਼ਮੀਨ ਵਿੱਚ ਖੇਤੀ ਕਰਦਾ ਤੇ ਸਾਲ ਵਿੱਚ ਹੀ ਉਹ ਸਟੇਟ ਓਨਰ ਨੂੰ ਤੇ ਆਪਣੇ ਬ੍ਰਦਰ ਇਨ ਲਾਅ ਨੂੰ ਅੱਧੇ ਪੈਸੇ ਵੀ ਦੇ ਦਿੰਦਾ। ਤੇ ਹੁਣ ਇੱਕ ਦਿਨ ਕੀ ਹੁੰਦਾ, ਇੱਕ ਦਿਨ ਪਖੂਮ ਦੇ ਘਰੇ ਹੀ ਕਿਸਾਨ ਆਉਂਦਾ ਤੇ ਉਹ ਰੋਟੀ ਖਾਂਦਾ ਪਖੂਮ ਦੇ ਘਰੇ ਤੇ ਰਾਤੀ ਪਖੂਮ ਦੇ ਘਰੇ ਹੀ ਰੁਕਦਾ ਤੇ ਉਹ ਇਹ ਦੱਸਦਾ ਪਖੂਮ ਨੂੰ ਕਿ ਵੋਲਗਾ ਨਦੀ ਦੇ ਦੂਜੇ ਪਾਸਿਓਂ ਆਇਆ, ਕਿ ਉਹ ਵੋਲਗਾ ਨਦੀ ਦੇ ਦੂਜੇ ਪਾਸਿਓਂ ਆਇਆ ਤੇ ਉੱਥੋਂ ਦੀ ਜਿਹੜੀ ਜ਼ਮੀਨ ਹੈ ਉੱਥੇ ਦਾ ਜਿਹੜਾ ਲੈਂਡ ਹੈ ਬਹੁਤ ਹੀ ਸਸਤਾ ਹੈ ਤੇ ਉੱਥੇ ਲੈਂਡ ਦਾ ਕੀ ਰੇਟ ਹੈ 2 ਸ਼ਿਲਿੰਗਸ ਇੱਕ ਏਕੜ ਦਾ, ਕਿ 1 ਏਕੜ ਲੈਂਡ 1 ਏਕੜ ਜ਼ਮੀਨ ਹੈ 2 ਸ਼ਿਲਿੰਗਸ ਵਿੱਚ ਹੀ ਮਿਲ ਰਹੀ ਹੈ ਤੇ ਉਹ ਲੈਂਡ ਬਹੁਤ ਹੀ ਫਰਟਾਈਲ ਹੈ, ਬਹੁਤ ਹੀ ਉਪਜਾਊ ਹੈ। ਤੇ ਪਖੂਮ ਆਪਣੀ ਜ਼ਮੀਨ ਵੇਚ ਕੇ, ਇਹ ਵਾਲੀ ਜ਼ਮੀਨ ਵੇਚ ਕੇ ਉੱਧਰ ਜ਼ਮੀਨ ਲੈ ਲੈਂਦਾ ਤੇ ਉੱਧਰ ਬਿਲਡਿੰਗ ਵੀ ਬਣਾ ਲੈਂਦਾ ਤੇ ਪਹਿਲਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਅਮੀਰ ਹੋ ਜਾਂਦਾ ਤੇ ਉਸ ਨੂੰ ਹੋਰ ਵੀ ਲੈਂਡ ਦਾ, ਹੋਰ ਵੀ ਜ਼ਮੀਨ ਲੈਣ ਦਾ ਲਾਲਚ ਆ ਜਾਂਦਾ। ਤੇ ਕੀ ਹੁੰਦਾ ਕਿ ਇੱਕ ਕਿਸਾਨ ਹੈ ਉਸ ਕੋਲ 1300 ਏਕੜ ਜ਼ਮੀਨ ਹੈ ਉਹ ਹੁੰਦੀ ਹੈ ਤੇ ਉਹ 1500 ਰੂਬਲਸ ਵਿੱਚ ਵੇਚ ਰਿਹਾ ਹੁੰਦਾ, ਪਰ ਜਦੋਂ ਪਖੂਮ ਨਾਲ ਸੌਦਾ ਹੋਣ ਹੀ ਵਾਲਾ ਹੁੰਦਾ, ਕਿ ਸੌਦਾ ਹੋਇਆ ਨਹੀਂ ਹੁੰਦਾ, ਹੋਣ ਹੀ ਵਾਲਾ ਹੁੰਦਾ, ਸੌਦਾ ਪੱਕਾ ਹੋਣ ਵਾਲਾ ਹੁੰਦਾ, ਤਾਂ ਪਖੂਮ ਨੂੰ ਇੱਕ ਵਪਾਰੀ, ਇੱਕ ਟ੍ਰੇਡਰ ਮਿਲਦਾ ਤੇ ਉਹ ਪਖੂਮ ਦੇ ਨਾਲ ਚਾਹ ਪੀਂਦਾ ਤੇ ਪਖੂਮ ਨੂੰ ਦੱਸਦਾ ਕਿ ਉਸਨੇ 13,000 ਏਕੜ ਲੈਂਡ ਸਿਰਫ 1000 ਰੂਬਲਸ ਵਿੱਚ ਹੀ ਖਰੀਦਿਆ, ਕਿ ਬਹੁਤ ਹੀ ਸਸਤੀ ਉਸਨੇ ਜ਼ਮੀਨ ਖਰੀਦੀ ਆ। ਤੇ ਉਹ ਕਹਿੰਦਾ ਪਖੂਮ ਨੂੰ ਕਿ ਬਸ਼ਕੀਰ ਲੋਕਾਂ ਤੋਂ ਉਸਨੇ ਜ਼ਮੀਨ ਖਰੀਦੀ ਹੈ ਤੇ ਉਹ ਬਹੁਤ ਹੀ ਸ਼ਰੀਫ ਲੋਕ ਹਨ ਤੇ ਕੀ ਕਰਨਾ ਪੈਣਾ ਕਿ ਉਹਨਾਂ ਦੇ ਚੀਫ ਨਾਲ, ਉਹਨਾਂ ਦੇ ਬੌਸ ਨਾਲ ਦੋਸਤੀ ਕਰਨੀ ਪੈਣੀ ਹੈ ਤੇ ਇੱਕ ਦਿਨ ਵਿੱਚ ਤੁਸੀਂ ਜਿੰਨੀ ਜ਼ਮੀਨ, ਜਿੰਨਾ ਲੈਂਡ ਤੁਰ ਕੇ ਕਵਰ ਕਰ ਲੋਗੇ ਤੇ ਉਹ ਉਹਨਾਂ ਲੈਂਡ ਤੁਹਾਨੂੰ ਦੇ ਦੇਵੇਗਾ। ਤੇ ਜਿਹੜਾ ਲੈਂਡ ਦਾ ਜ਼ਮੀਨ ਦਾ ਰੇਟ ਹੈ ਉਹ ਹੈ 1000 ਰੂਬਲਸ ਇੱਕ ਦਿਨ ਦਾ, ਕਿ 1000 ਰੂਬਲਸ ਤੁਹਾਨੂੰ ਦੇਣੇ ਪੈਣੇ ਹਨ ਤੇ ਇੱਕ ਦਿਨ ਵਿੱਚ ਤੁਸੀਂ ਤੁਰ ਕੇ ਜਿੰਨਾ ਲੈਂਡ ਕਵਰ ਕਰ ਲੋਗੇ ਤੇ ਉਹਨਾਂ ਲੈਂਡ ਤੁਹਾਨੂੰ ਮਿਲ ਜਾਵੇਗਾ। ਫਿਰ ਉਸ ਤੋਂ ਬਾਅਦ ਕੀ ਹੁੰਦਾ, ਤੇ ਉਸ ਤੋਂ ਬਾਅਦ ਪਖੂਮ ਹੈ 300 ਮੀਲ ਦੂਰ ਬਸ਼ਕੀਰ ਲੋਕਾਂ ਨੂੰ ਮਿਲਣ ਜਾਂਦਾ ਤੇ ਆਪਣੇ ਨੌਕਰ ਦੇ ਨਾਲ ਜਾਂਦਾ ਤੇ 7ਵੇਂ ਦਿਨ ਉੱਧਰ ਪਹੁੰਚਦਾ, ਕਿਉਂਕਿ ਉਸਨੇ ਬਹੁਤ ਦੂਰ ਜਾਣਾ ਤੇ 7ਵੇਂ ਦਿਨ ਉੱਧਰ ਉਹ ਪਹੁੰਚਦਾ ਤੇ ਬਸ਼ਕੀਰ ਲੋਕ ਆਪਣੇ ਟੈਂਟਸ ਤੋਂ, ਤੰਬੂਆਂ ਤੋਂ ਬਾਹਰ ਆ ਕੇ ਪ੍ਰਾਹੁਣਿਆਂ ਦਾ ਸਵਾਗਤ ਕਰਦੇ ਹਨ, ਪਖੂਮ ਦਾ ਸਵਾਗਤ ਕਰਦੇ ਹਨ ਤੇ ਪਖੂਮ ਉਹਨਾਂ ਨੂੰ ਗਿਫਟਸ, ਤੋਹਫੇ ਦਿੰਦਾ। ਤੇ ਹੁਣ ਜ਼ਮੀਨ ਦੇ ਸੌਦੇ ਦਾ ਸਮਾਂ ਹੁੰਦਾ ਤੇ ਬਸ਼ਕੀਰ ਦਾ ਚੀਫ ਕਹਿੰਦਾ ਕਿ ਸਾਡੇ ਕੋਲ ਤਾਂ ਬਹੁਤ ਜ਼ਮੀਨ ਹੈ ਤੇ ਜਿਹੜਾ ਸਾਡਾ ਰੇਟ ਹੈ ਉਹ 1000 ਰੂਬਲਸ ਪਰ ਡੇ। ਫਿਰ ਉਹ ਸਮਝਾਉਂਦਾ ਉਹਨਾਂ ਦਾ ਚੀਫ ਕਿ ਇੱਕ ਦਿਨ ਦਾ ਰੇਟ ਹੈ 1000 ਰੂਬਲਸ, ਕਿ ਜਿੰਨੀ ਜ਼ਮੀਨ ਤੁਸੀਂ ਤੁਰ ਕੇ ਕਵਰ ਕਰ ਲੋਗੇ ਉਨੀ ਜ਼ਮੀਨ ਤੁਹਾਡੀ ਹੋ ਜਾਏਗੀ, ਪਰ ਇਹ ਕੰਡੀਸ਼ਨ ਹੈ ਕਿ ਜਿੱਥੋਂ ਤੁਸੀਂ ਸ਼ੁਰੂ ਕਰੋਗੇ ਸਨਸੈਟ ਤੋਂ, ਸੂਰਜ ਡੁੱਬਣ ਤੋਂ ਪਹਿਲਾਂ ਤੁਹਾਨੂੰ ਉੱਥੇ ਹੀ ਵਾਪਸ ਆਉਣਾ ਪੈਣਾ। ਜੇ ਤੁਸੀਂ ਵਾਪਸ ਨਾ ਪਏ ਤਾਂ ਤੁਹਾਡੇ ਪੈਸੇ ਵੀ ਜ਼ਬਤ ਹੋ ਜਾਣਗੇ ਤੇ ਤੁਹਾਨੂੰ ਜ਼ਮੀਨ ਵੀ ਨਹੀਂ ਮਿਲੂਗੀ। ਤੇ ਕੰਡੀਸ਼ਨ ਇਹ ਹੈਗੀ ਕਿ ਜਿੱਧਰੋਂ ਤੁਸੀਂ ਸ਼ੁਰੂ ਕਰੋਗੇ ਸੂਰਜ ਡੁੱਬਣ ਤੋਂ ਪਹਿਲਾਂ ਉੱਧਰ ਵਾਪਸ ਆਉਣਾ, ਨਹੀਂ ਤਾਂ ਤੁਹਾਡੇ ਪੈਸੇ ਜ਼ਬਤ ਹੋ ਜਾਣਗੇ। ਤੇ ਪਖੂਮ ਰਾਤ ਨੂੰ ਸੋਚਦਾ ਹੈ ਕਿ ਉਹ ਕਿੰਨੀ ਜ਼ਮੀਨ ਹੈ ਇੱਕ ਦਿਨ ਵਿੱਚ ਕਵਰ ਕਰੂਗਾ ਤੇ ਸਵੇਰੇ ਉਹ ਆਪਣੇ ਨੌਕਰ ਨੂੰ ਉਠਾਉਂਦਾ ਜਿਸ ਨਾਲ ਉਹ ਆਇਆ ਹੁੰਦਾ ਤੇ ਬਸ਼ਕੀਰ ਲੋਕਾਂ ਨੂੰ ਬੁਲਾਉਣ ਜਾਂਦਾ ਤੇ ਜਿਹੜਾ ਬਸ਼ਕੀਰ ਦਾ ਚੀਫ ਹੁੰਦਾ, ਉਹਨਾਂ ਦਾ ਬੌਸ ਹੁੰਦਾ, ਉਹ ਆਪਣੀ ਟੋਪੀ ਉਤਾਰ ਕੇ ਰੱਖ ਦਿੰਦਾ ਕਿ ਇਹ ਸਟਾਰਟਿੰਗ ਪੁਆਇੰਟ ਹੈ, ਇੱਥੇ ਹੀ ਵਾਪਸ ਆਉਣਾ ਸੂਰਜ ਡੁੱਬਣ ਤੋਂ ਪਹਿਲਾਂ।
ਤੇ ਪਖੋਮ ਟੋਪੀ ਵਿੱਚ 1000 ਰੂਬਲ ਜਿਹੜੇ ਪੈਸੇ ਉਹ ਪਾ ਦਿੰਦਾ ਤੇ ਆਪਣਾ ਓਵਰਕੋਟ ਉਤਾਰਦਾ ਹੈ ਤੇ ਪਖੋਮ ਆਪਣੇ ਨਾਲ ਕੀ ਲੈ ਜਾਂਦਾ ਹੈ? ਆਪਣੇ ਨਾਲ ਉਹ ਰੋਟੀ ਲੈ ਜਾਂਦਾ ਹੈ, ਪਾਣੀ ਦੀ ਸੁਰਾਹੀ ਲੈ ਜਾਂਦਾ ਹੈ ਤੇ ਨਿਸ਼ਾਨ ਲਾਉਣ ਵਾਸਤੇ ਕਹੀ ਵੀ ਲੈ ਜਾਂਦਾ ਹੈ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ ਹੈ? 1000 ਗਜ ਤੁਰ ਕੇ ਉਹ ਨਿਸ਼ਾਨ ਲਾ ਦਿੰਦਾ ਕਿ ਇਹ 1000 ਗਜ ਹੋ ਗਏ ਨੇ ਤੇ ਹੋਰ ਤੇਜ਼ ਚੱਲਣਾ ਸ਼ੁਰੂ ਕਰਦਾ। ਤੇ ਹੁਣ ਕੀ ਹੁੰਦਾ ਕਿ ਗਰਮੀ ਕਾफ़ੀ ਜ਼ਿਆਦਾ ਵੱਧ ਰਹੀ ਹੁੰਦੀ ਹੈ ਤੇ ਅੱਗੇ ਜਾ ਕੇ ਪਖੋਮ ਸੋਚਦਾ ਕਿ 3 ਮੀਲ ਹੈ ਉਹ ਹੋਰ ਤੁਰ ਲਵੇ ਤੇ ਹੁਣ ਪਖੋਮ ਕਾफ़ੀ ਦੂਰ ਆ ਜਾਂਦਾ ਹੈ ਤੇ ਹੁਣ ਜਿਹੜੇ ਬੰਦੇ ਨੇ ਉਹ ਵੀ ਕੀੜੀਆਂ ਵਾਂਗ ਆਂਟਸ ਵਾਂਗ ਦਿਖ ਰਹੇ ਹੁੰਦੇ ਹਨ ਤੇ ਦੁਪਹਿਰ ਹੋ ਜਾਂਦੀ ਹੈ ਅਤੇ ਪਖੋਮ ਦਾ ਰੈਸਟ ਕਰਨ ਦਾ ਜੀ ਕਰਦਾ ਤੇ ਉਸ ਨੂੰ ਨੀਂਦ ਵੀ ਆ ਰਹੀ ਹੁੰਦੀ ਹੈ, ਪਰ ਉਹ ਇਹ ਸੋਚਦਾ ਐਨ ਆਰ ਟੂ ਸਫਰ ਲਾਈਫ ਟਾਈਮ ਟੂ ਲਿਵ ਕਿ ਮੈਂ 1 ਘੰਟਾ ਥੋੜ੍ਹਾ ਹੋਰ ਪਰੇਸ਼ਾਨੀ ਵਿੱਚ ਸਫ਼ਰ ਕਰ ਲੈਂਦਾ ਹਾਂ ਤੇ ਲਾਈਫ ਟਾਈਮ ਵਾਸਤੇ ਮੇਰੇ ਲਈ ਵਧੀਆ ਹੋ ਜਾਊਗਾ। ਤੇ ਹੁਣ ਉਹ ਕਾफ़ੀ ਜ਼ਿਆਦਾ ਥੱਕ ਜਾਂਦਾ ਤੇ ਇੰਨਾ ਜ਼ਿਆਦਾ ਅੱਗੇ ਆ ਚੁੱਕਾ ਹੁੰਦਾ ਕਿ ਹੁਣ ਸਨਸੈਟ ਤੋਂ ਪਹਿਲਾਂ, ਸੂਰਜ ਡੁੱਬਣ ਤੋਂ ਪਹਿਲਾਂ ਉਸ ਦਾ ਪਹੁੰਚਣਾ ਬਹੁਤ ਹੀ ਔਖਾ ਹੋ ਜਾਂਦਾ। ਤੇ ਹੁਣ ਉਹ ਕੀ ਕਰਦਾ? ਉਹ ਆਪਣਾ ਕੋਟ ਉਤਾਰਦਾ, ਬੂਟ ਉਤਾਰਦਾ, ਸੁਰਾਹੀ ਅਤੇ ਟੋਪੀ ਵੀ ਸੁੱਟ ਦਿੰਦਾ ਤੇ ਸਿਰਫ ਕਹੀ ਨੂੰ ਆਪਣੇ ਨਾਲ ਰੱਖਦਾ। ਕਿਉਂ ਕਹੀ ਨੂੰ ਆਪਣੇ ਨਾਲ ਰੱਖਦਾ? ਸਪੋਰਟ ਦੇ ਲਈ। ਤੇ ਤੇਜ਼ ਦੌੜਨਾ ਸ਼ੁਰੂ ਕਰਦਾ ਤੇ ਉਸ ਦੀ ਹਾਰਟ ਬੀਟ ਵੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਤੇ ਤੇ ਪਖੋਮ ਇਹ ਸੋਚਦਾ ਕਿ ਉਸ ਟ੍ਰੇਨ ਨਾਲ ਹੀ ਨਾ ਮਰ ਜਾਵੇ, ਕਿ ਦੌੜਦੇ ਦੌੜਦੇ ਟ੍ਰੇਨ ਨਾਲ ਹੀ ਉਹ ਨਾ ਮਰ ਜਾਵੇ ਤੇ ਉਸਦੇ ਮਨ ਵਿੱਚ ਇਹ ਵਿਚਾਰ ਆਉਂਦੇ ਨੇ, ਇਹ ਖਿਆਲ ਆਉਂਦੇ ਨੇ ਤੇ ਉਹ ਤੇਜ਼ ਦੌੜਦਾ ਰਹਿੰਦਾ ਤੇ ਪਹੁੰਚ ਜਾਂਦਾ ਤੇ ਪਹੁੰਚ ਕੇ ਥੱਲੇ ਡਿੱਗ ਜਾਂਦਾ ਤੇ ਸੂਰਜ ਡੁੱਬਣ ਤੋਂ ਪਹਿਲਾਂ ਤੇ ਪਖੋਮ ਦਾ ਜਿਹੜਾ ਹੱਥ ਹੈ ਉਹ ਕੈਪ ਨੂੰ, ਜਿਹੜਾ ਸਟਾਰਟਿੰਗ ਪੁਆਇੰਟ ਸੀ, ਟੱਚ ਹੋ ਜਾਂਦਾ ਤੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਵਾਪਸ। ਤੇ ਚੀਫ ਕਹਿੰਦਾ ਡੈਟਸ ਅ ਫਾਈਨ ਫੈਲੋ, ਹੀ ਹੈਜ਼ ਗੇਨਡ ਮਚ ਲੈਂਡ, ਕਿ ਬਹੁਤ ਹੀ ਵਧੀਆ ਬੰਦਾ ਤੇ ਇਸਨੇ ਬਹੁਤ ਜ਼ਿਆਦਾ ਲੈਂਡ ਹੈ ਉਹ ਗੇਨ ਕਰ ਲਿਆ। ਪਰ ਪਖੋਮ ਹੈ ਉਹ ਡਿੱਗਿਆ ਹੀ ਹੁੰਦਾ ਤੇ ਪਖੋਮ ਦਾ ਨੌਕਰ ਜਾ ਕੇ ਦੇਖਦਾ ਕਿ ਪਖੋਮ ਦੇ ਮੂੰਹ ਵਿੱਚੋਂ ਖੂਨ ਆ ਰਿਹਾ ਹੁੰਦਾ ਤੇ ਪਖੋਮ ਹੈ ਮਰ ਚੁੱਕਿਆ ਹੁੰਦਾ। ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਪਖੋਮ ਦਾ ਨੌਕਰ ਕਹੀ ਚੁੱਕਦਾ ਤੇ ਪਖੋਮ ਦੀ ਬੋਡੀ ਨੂੰ ਦਫਨਾ ਦਿੰਦਾ ਤੇ ਉਸ ਦੀ ਬੋਡੀ ਨੂੰ, ਪਖੋਮ ਦੀ ਬੋਡੀ ਨੂੰ ਸਿਰ ਤੋਂ ਪੈਰ ਤੱਕ ਕਿੰਨੇ ਲੈਂਡ ਦੀ ਜ਼ਰੂਰਤ ਸੀ? ਹਾਊ ਮਚ ਲੈਂਡ ਡਜ਼ ਅ ਮੈਨ ਨੀਡ? ਵੀ ਉਸ ਨੂੰ ਕਿੰਨੇ ਲੈਂਡ ਦੀ ਜ਼ਰੂਰਤ ਸੀ? ਅਸਲ ਵਿੱਚ ਉਸ ਨੂੰ ਸਿਰਫ 6 ਫੁੱਟ ਲੈਂਡ ਦੀ, 6 ਫੁੱਟ ਜ਼ਮੀਨ ਦੀ ਜ਼ਰੂਰਤ ਸੀ। ਤੇ ਇਸ ਤਰ੍ਹਾਂ ਕਹਾਣੀ ਖਤਮ ਹੋ ਜਾਂਦੀ ਹੈ, ਪਖੋਮ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੀ ਬੋਡੀ ਨੂੰ ਦਫਨਾ ਦਿੱਤਾ ਜਾਂਦਾ। ਤੇ ਦੋਸਤੋ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗਰੀਡ ਇਜ਼ ਕਰਸ, ਕਿ ਲਾਲਚ ਬੁਰੀ ਬਲਾ ਹੈ, ਕਿ ਜਿਹੜਾ ਗਰੀਡੀ ਮੈਨ ਹੈ, ਜਿਹੜਾ ਲਾਲਚੀ ਬੰਦਾ, ਉਹ ਕਦੇ ਸੈਟਿਸਫਾਈ ਨਹੀਂ ਹੁੰਦਾ ਤੇ ਉਸ ਨੂੰ ਇੱਕ ਨਾ ਇੱਕ ਦਿਨ ਆਪਣੀ ਲਾਲਚ ਦਾ ਫਲ ਮਿਲਦਾ ਹੀ ਹੈ। ਤੇ ਦੋਸਤੋ, ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਕਹਾਣੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਕਹਾਣੀ ਦੇ ਕੁਐਸਚਨ ਆਨਸਰਸ ਕਰਨੇ ਹਨ ਤਾਂ ਅਸੀਂ ਉਸ ਦੀ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ, ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ ਅਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ ਤੇ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਵੀ ਜ਼ਰੂਰ ਦੇਖੋ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।